ਸਾਡੀ ਜ਼ਿੰਦਗੀ ਵਿੱਚ ਪੁੱਤ ਬਣ ਕੇ, ਧੀ ਬਣ ਕੇ, ਜਵਾਈ ਬਣ ਕੇ ਅਤੇ ਪਤਨੀ ਬਣ ਕੇ ਉਹੀ ਆਉਂਦੇ ਹਨ ਜਿਨ੍ਹਾਂ ਦਾ ਸਾਡੇ ਨਾਲ ਕਰਮਾਂ ਦਾ ਕੋਈ ਲੈਣ ਦੇਣ ਹੁੰਦਾ ਹੈ। ਜੇ ਲੈਣ ਦੇਣ ਨਾ ਹੋਵੇ ਤਾਂ ਇਹ ਨਹੀਂ ਆਉਣਗੇ। ਇੱਕ ਫੌਜੀ ਸੀ, ਉਸ ਦੇ ਮਾਂ-ਬਾਪ, ਭੈਣ ਭਰਾ, ਪਤਨੀ, ਬੱਚੇ ਕੋਈ ਨਹੀਂ ਸੀ। ਉਹ ਇਕੱਲਾ ਹੀ ਕਮਾ ਕੇ ਜਮ੍ਹਾਂ ਕਰਦਾ ਜਾ ਰਿਹਾ ਸੀ। ਫੌਜ ਵਿੱਚ ਉਸ ਦੀ ਮੁਲਾਕਾਤ ਇੱਕ ਵਪਾਰੀ ਨਾਲ ਹੋਈ ਜਿਹੜਾ ਫੌਜ ਨੂੰ ਮਾਲ ਸਪਲਾਈ ਕਰਦਾ ਸੀ ਅਤੇ ਫੌਜੀ ਦੀ ਉਸ ਨਾਲ ਵਧੀਆ ਦੋਸਤੀ ਹੋ ਗਈ। ਵਪਾਰੀ ਨੇ ਇੱਕ ਦਿਨ ਕਿਹਾ, ਜਿਹੜਾ ਤੇਰੇ ਕੋਲ ਪੈਸਾ ਹੈ ਉਹ ਉਵੇਂ ਦੀ ਉਵੇਂ ਹੀ ਪਿਆ ਹੈ, ਤੂੰ ਮੈਨੂੰ ਦੇ ਦੇ, ਮੈਂ ਉਸ ਨੂੰ ਵਪਾਰ ਵਿੱਚ ਲਗਾ ਦੇਵਾਂਗਾ, ਜਿਸ ਨਾਲ ਉਹ ਪੈਸੇ ਤੋਂ ਤੇਰਾ ਹੋਰ ਪੈਸਾ ਬਣ ਜਾਵੇਗਾ, ਇਸ ਲਈ ਉਹ ਪੈਸਾ ਤੂੰ ਮੈਨੂੰ ਦੇ ਦੇ। ਫੌਜੀ ਨੇ ਉਹ ਪੈਸਾ ਵਪਾਰੀ ਨੂੰ ਦੇ ਦਿੱਤਾ। ਵਪਾਰੀ ਨੇ ਉਹ ਪੈਸਾ ਵਪਾਰ ਵਿੱਚ ਲਗਾ ਦਿੱਤਾ। ਵਪਾਰੀ ਦਾ ਕਾਰੋਬਾਰ ਹੋਰ ਵੱਧ ਗਿਆ, ਬਹੁਤ ਜ਼ਿਆਦਾ ਕਮਾਈ ਹੋਣ ਲੱਗ ਗਈ। ਥੋੜੇ ਦਿਨਾਂ ਬਾਅਦ ਲੜਾਈ ਲੱਗ ਗਈ। ਉਸ ਸਮੇਂ ਫੌਜੀ ਘੋੜਿਆਂ ਤੇ ਚੜ੍ਹ ਕੇ ਲੜਦੇ ਸੀ। ਉਹ ਫੌਜੀ ਲੜਾਈ ਵਿੱਚ ਆਪਣੀ ਘੋੜੀ ਤੇ ਚੜ੍ਹ ਕੇ ਲੜ ਰਿਹਾ ਸੀ। ਘੋੜੀ ਇੱਕੋ ਦਮ ਬੇਕਾਬੂ ਹੋ ਗਈ। ਫੌਜੀ ਜਿੰਨੇ ਜ਼ੋਰ ਨਾਲ ਘੋੜੀ ਦੀ ਲਗਾਮ ਖਿੱਚਦਾ, ਘੋੜੀ ਓਨੀ ਹੀ ਤੇਜ਼ ਭੱਜਦੀ। ਖਿੱਚਦੇ ਖਿੱਚਦੇ ਘੋੜੀ ਦੀਆਂ ਖਾਖਾਂ ਤੱਕ ਪਾਟ ਗਈਆਂ, ਪਰ ਘੋੜੀ ਦੁਸ਼ਮਣਾਂ ਵਾਲੇ ਪਾਸੇ ਜਾ ਕੇ ਖੜ ਗਈ। ਦੁਸ਼ਮਣਾਂ ਦੇ ਵਾਰ ਨਾਲ ਫੌਜੀ ਵੀ ਮਾਰਿਆ ਗਿਆ ਅਤੇ ਘੋੜੀ ਵੀ ਮਰ ਗਈ। ਜਦੋਂ ਵਪਾਰੀ ਨੂੰ ਪਤਾ ਲੱਗਿਆ ਕਿ ਫੌਜੀ ਮਾਰਿਆ ਗਿਆ ਹੈ ਤਾਂ ਵਪਾਰੀ ਬਹੁਤ ਖੁਸ਼ ਹੋਇਆ ਕਿ ਉਸ ਦਾ ਤਾਂ ਕੋਈ ਵਾਰਸ ਵੀ ਨਹੀਂ, ਹੁਣ ਇਹ ਸਾਰਾ ਪੈਸਾ ਮੇਰੇ ਕੋਲ ਹੀ ਰਹੂਗਾ। ਕਾਰੋਬਾਰ ਵੀ ਪੂਰਾ ਚਮਕ ਗਿਆ ਹੈ ਤੇ ਕੋਈ ਹਿੱਸਾ ਮੰਗਣ ਵਾਲਾ ਵੀ ਨਹੀਂ ਰਿਹਾ। ਤਾਂ ਵਪਾਰੀ ਇਹ ਸੋਚ ਕੇ ਬਹੁਤ ਖੁਸ਼ ਹੋਇਆ। ਥੋੜੇ ਹੀ ਦਿਨਾਂ ਬਾਅਦ ਉਸ ਵਪਾਰੀ ਦੇ ਘਰ ਪੁੱਤਰ ਨੇ ਜਨਮ ਲਿਆ। ਹੁਣ ਵਪਾਰੀ ਹੋਰ ਵੀ ਖੁਸ਼ ਹੋ ਗਿਆ ਕਿ ਪਰਮਾਤਮਾ ਦੀ ਬਹੁਤ ਕਿਰਪਾ ਹੋ ਗਈ। ਕਾਰੋਬਾਰ ਵੀ ਬਹੁਤ ਵੱਧ ਗਿਆ, ਪੁੱਤਰ ਵੀ ਹੋ ਗਿਆ ਅਤੇ ਲੈਣ ਵਾਲਾ ਵੀ ਮਰ ਗਿਆ। ਵਪਾਰੀ ਦਾ ਪੁੱਤਰ ਬਹੁਤ ਸਮਝਦਾਰ ਸੀ, ਪੜ੍ਹਨ ਵਿੱਚ ਵੀ ਹੁਸ਼ਿਆਰ ਸੀ। ਵਪਾਰੀ ਨੇ ਉਸ ਨੂੰ ਵਧੀਆ ਪੜ੍ਹਾਇਆ ਲਿਖਾਇਆ। ਜਦੋਂ ਉਹ ਪੜ੍ਹ ਲਿਖ ਕੇ ਵੱਡਾ ਹੋ ਗਿਆ, ਕਾਰੋਬਾਰ ਸੰਭਾਲਣ ਵਾਲਾ ਹੋ ਗਿਆ, ਤਾਂ ਵਪਾਰੀ ਨੇ ਸੋਚਿਆ, ਹੁਣ ਇਸ ਦਾ ਵਿਆਹ ਕਰ ਦਿੰਦੇ ਹਾਂ। ਵਪਾਰੀ ਨੇ ਬੜੀ ਧੂਮ-ਧਾਮ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ, ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੇ ਪੁੱਤਰ ਦੀ ਤਬੀਅਤ ਖਰਾਬ ਹੋ ਗਈ। ਹੁਣ ਵਪਾਰੀ ਕਦੇ ਕਿਸੇ ਡਾਕਟਰ ਕੋਲ, ਕਦੇ ਕਿਸੇ ਹਕੀਮ ਕੋਲ ਆਪਣੇ ਪੁੱਤਰ ਨੂੰ ਲੈ ਕੇ ਜਾ ਰਿਹਾ ਸੀ, ਪਰ ਉਸ ਦੇ ਪੁੱਤਰ ਨੂੰ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ ਸੀ। ਵਪਾਰੀ ਨੇ ਆਪਣੇ ਪੁੱਤਰ ਦੇ ਇਲਾਜ ਤੇ ਸਾਰਾ ਪੈਸਾ ਲਗਾ ਦਿੱਤਾ। ਵਪਾਰੀ ਨੇ ਕੋਈ ਵੱਡੇ ਤੋਂ ਵੱਡਾ ਡਾਕਟਰ ਨਹੀਂ ਛੱਡਿਆ ਜਿਸ ਤੋਂ ਇਲਾਜ ਨਾ ਕਰਵਾਇਆ ਹੋਵੇ, ਪਰ ਉਸ ਦੇ ਪੁੱਤਰ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਅਖੀਰ ਵਿੱਚ ਸਾਰੇ ਡਾਕਟਰ ਜਵਾਬ ਦੇ ਦਿੰਦੇ ਹਨ। ਡਾਕਟਰ ਕਹਿੰਦੇ ਹਨ ਕਿ ਇਸ ਦੀ ਬਿਮਾਰੀ ਲਾ ਇਲਾਜ ਹੈ। ਇਹ ਲੜਕਾ ਹੁਣ ਜ਼ਿਆਦਾ ਦਿਨ ਜਿਉਂਦਾ ਨਹੀਂ ਰਹੇਗਾ, ਇਸ ਦੀ ਘਰ ਲਿਜਾ ਕੇ ਸੇਵਾ ਕਰ ਲਓ। ਡਾਕਟਰ ਵੱਲੋਂ ਜਵਾਬ ਦੇਣ ਤੋਂ ਬਾਅਦ ਵਪਾਰੀ ਉਦਾਸ ਹੋ ਕੇ ਰੋਂਦਾ ਹੋਇਆ ਘਰ ਆ ਰਿਹਾ ਸੀ। ਰਾਸਤੇ ਵਿੱਚ ਉਸ ਨੂੰ ਇੱਕ ਆਦਮੀ ਮਿਲਦਾ ਹੈ। ਉਹ ਵਪਾਰੀ ਨੂੰ ਦੇਖ ਕੇ ਕਹਿੰਦਾ ਹੈ ਕਿ ਕਿਵੇਂ ਅੱਜ ਬੜੇ ਦੁਖੀ ਦਿਖਾਈ ਦੇ ਰਹੇ ਹੋ। ਵਪਾਰੀ ਨੇ ਕਿਹਾ, ਇਹ ਮੇਰਾ ਜਵਾਨ ਲੜਕਾ ਸੀ, ਮੈਂ ਸੋਚਿਆ ਸੀ ਮੇਰੀ ਬੁਢਾਪੇ ਵਿੱਚ ਮਦਦ ਕਰੇਗਾ, ਪਰ ਇਹ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਬਿਮਾਰ ਹੋ ਗਿਆ। ਮੈਨੇ ਇਸ ਦੇ ਇਲਾਜ ਤੇ ਸਾਰਾ ਪੈਸਾ ਲਗਾ ਦਿੱਤਾ। ਜਿਸ ਨੇ ਜਿੰਨਾ ਮੰਗਿਆ ਮੈਨੇ ਓਨਾ ਪੈਸਾ ਦਿੱਤਾ, ਪਰ ਫਿਰ ਵੀ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਇਹਨੂੰ ਨਹੀਂ ਬਚਾਇਆ ਜਾ ਸਕਦਾ, ਇਹਨੂੰ ਕੋਈ ਲਾ ਇਲਾਜ ਬਿਮਾਰੀ ਹੈ। ਆਦਮੀ ਨੇ ਕਿਹਾ, ਤੁਸੀਂ ਕਿਉਂ ਹੌਸਲਾ ਢਾਹ ਰਹੇ ਹੋ? ਮੇਰੇ ਗਵਾਂਢ ਵਿੱਚ ਇੱਕ ਵੈਦ ਦਵਾਈ ਦਿੰਦਾ ਹੈ, 5 ਰੁਪਏ ਦੀ ਪੁੜੀ ਖਾ ਕੇ ਮੁਰਦਾ ਵੀ ਖੜਾ ਹੋ ਜਾਂਦਾ ਹੈ, ਤੁਸੀਂ ਜਲਦੀ ਨਾਲ ਉਸ ਤੋਂ ਦਵਾਈ ਲੈ ਆਓ। ਵਪਾਰੀ ਭੱਜ ਕੇ ਗਿਆ ਤੇ ਉਹ 5 ਰੁਪਏ ਵਾਲੀ ਪੁੜੀ ਲੈ ਆਇਆ। ਉਹ ਦਵਾਈ ਵਾਲੀ ਪੁੜੀ ਜਦੋਂ ਉਸ ਦੇ ਪੁੱਤਰ ਨੂੰ ਖਵਾਈ ਗਈ ਤਾਂ ਉਹ ਪੁੜੀ ਖਾਂਦੇ ਹੀ ਮਰ ਗਿਆ। ਹੁਣ ਵਪਾਰੀ, ਉਸ ਦੀ ਪਤਨੀ, ਸਾਰਾ ਪਰਿਵਾਰ ਰੋ ਰਿਹਾ ਸੀ। ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਵਪਾਰੀ ਦਾ ਜਵਾਨ ਮੁੰਡਾ ਮਰ ਗਿਆ ਹੈ। ਸਾਰੇ ਪਿੰਡ ਵਿੱਚ ਸੋਗ ਸੀ। ਉਦੋਂ ਹੀ ਇੱਕ ਮਹਾਤਮਾ ਉੱਥੋਂ ਲੰਘ ਰਿਹਾ ਸੀ। ਉਹ ਪੁੱਛਦਾ ਹੈ ਕਿ ਸਾਰੇ ਰੋ ਕਿਉਂ ਰਹੇ ਨੇ, ਕੀ ਹੋਇਆ? ਤਾਂ ਲੋਕ ਕਹਿੰਦੇ ਹਨ ਕਿ ਇਸ ਵਪਾਰੀ ਦਾ ਇੱਕ ਹੀ ਜਵਾਨ ਲੜਕਾ ਸੀ, ਉਹ ਵੀ ਮਰ ਗਿਆ, ਇਸ ਲਈ ਸਾਰੇ ਰੋ ਰਹੇ ਹਨ। ਮਹਾਤਮਾ ਨੇ ਵਪਾਰੀ ਨੂੰ ਕਿਹਾ, ਹੁਣ ਰੋ ਕਿਉਂ ਰਹੇ ਹੋ? ਜੋ ਲਿਖਿਆ ਸੀ ਉਹ ਹੋ ਗਿਆ। ਵਪਾਰੀ ਨੇ ਕਿਹਾ, ਜਿਸ ਦਾ ਜਵਾਨ ਪੁੱਤਰ ਦੁਨੀਆ ਛੱਡ ਕੇ ਚਲਾ ਜਾਵੇ ਉਹ ਰੋਊਗਾ ਨਹੀਂ ਤਾਂ ਹੋਰ ਕੀ ਕਰੂ? ਮਹਾਤਮਾ ਨੇ ਵਪਾਰੀ ਨੂੰ ਕਿਹਾ,
ਉਸ ਦਿਨ ਤਾਂ ਤੂੰ ਬਹੁਤ ਖੁਸ਼ ਸੀ। ਵਪਾਰੀ ਨੇ ਕਿਹਾ। ਕਿਸ ਦਿਨ? ਜਿਸ ਦਿਨ ਫੌਜੀ ਨੇ ਪੈਸੇ ਦਿੱਤੇ ਸੀ। ਵਪਾਰੀ ਨੇ ਕਿਹਾ, ਹਾਂ, ਕਾਰੋਬਾਰ ਲਈ ਪੈਸਾ ਮਿਲਿਆ ਸੀ, ਖੁਸ਼ ਤਾਂ ਹੋਣਾ ਹੀ ਸੀ। ਮਹਾਤਮਾ ਨੇ ਕਿਹਾ, ਉਸ ਦਿਨ ਤਾਂ ਤੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਵਪਾਰੀ ਨੇ ਕਿਹਾ, ਕਿਸ ਦਿਨ? ਜਿਸ ਦਿਨ ਫੌਜੀ ਮਰਿਆ ਸੀ। ਤੂੰ ਸੋਚਿਆ ਸੀ ਹੁਣ ਪੈਸਾ ਵੀ ਨਹੀਂ ਦੇਣਾ ਪੈਣਾ, ਵਪਾਰ ਵੀ ਚੰਗਾ ਚੱਲ ਪਿਆ ਹੈ। ਵਪਾਰੀ ਨੇ ਕਿਹਾ, ਹਾਂ ਮਹਾਰਾਜ, ਉਸ ਦਿਨ ਖੁਸ਼ ਤਾਂ ਮੈਂ ਸੀ। ਮਹਾਤਮਾ ਨੇ ਕਿਹਾ, ਉਸ ਦਿਨ ਤਾਂ ਤੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ, ਪਤਾ ਨਹੀਂ ਤੂੰ ਕਿੰਨੀਆਂ ਮਿਠਾਈਆਂ ਵੰਡੀਆਂ ਸੀ। ਵਪਾਰੀ ਨੇ ਕਿਹਾ, ਕਿਸ ਦਿਨ? ਜਿਸ ਦਿਨ ਲੜਕਾ ਪੈਦਾ ਹੋਇਆ ਸੀ। ਵਪਾਰੀ ਨੇ ਕਿਹਾ, ਮਹਾਰਾਜ, ਲੜਕਾ ਪੈਦਾ ਹੁੰਦਾ ਹੈ ਤਾਂ ਸਾਰੇ ਹੀ ਖੁਸ਼ ਹੁੰਦੇ ਹਨ, ਜੇ ਮੈਂ ਵੀ ਖੁਸ਼ ਹੋ ਗਿਆ ਤਾਂ ਕੀ ਹੋਇਆ? ਮਹਾਤਮਾ ਨੇ ਕਿਹਾ, ਉਸ ਦਿਨ ਤਾਂ ਤੇਰੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸੀ। ਵਪਾਰੀ ਨੇ ਕਿਹਾ, ਕਿਸ ਦਿਨ? ਜਿਸ ਦਿਨ ਤੂੰ ਲੜਕਾ ਵਿਆਹੁਣ ਜਾ ਰਿਹਾ ਸੀ। ਵਪਾਰੀ ਨੇ ਕਿਹਾ, ਜਦੋਂ ਕੋਈ ਲੜਕਾ ਵਿਆਹੁਣ ਜਾਂਦਾ ਹੈ ਤਾਂ ਖੁਸ਼ ਤਾਂ ਹੁੰਦਾ ਹੀ ਹੈ, ਮੈਂ ਵੀ ਖੁਸ਼ ਸੀ। ਮਹਾਤਮਾ ਨੇ ਕਿਹਾ, ਜਦੋਂ ਇੰਨੀ ਵਾਰ ਖੁਸ਼ ਹੋ ਗਿਆ ਫਿਰ ਇਹ ਛੋਟੀ ਜੀ ਗੱਲ ਲਈ ਕਿਉਂ ਰੋ ਰਿਹਾ ਹੈ? ਵਪਾਰੀ ਨੇ ਕਿਹਾ, ਮਹਾਰਾਜ, ਮੇਰਾ ਜਵਾਨ ਪੁੱਤਰ ਮਰ ਗਿਆ, ਇਹ ਕੋਈ ਛੋਟੀ ਗੱਲ ਹੈ? ਮਹਾਤਮਾ ਨੇ ਕਿਹਾ, ਬੇਟਾ, ਇਹ ਉਹੀ ਫੌਜੀ ਸੀ ਜਿਸ ਤੋਂ ਤੂੰ ਪੈਸੇ ਲਏ ਸਨ। ਉਹ ਫੌਜੀ ਪੈਸੇ ਲੈਣ ਲਈ ਤੇਰਾ ਪੁੱਤ ਬਣ ਕੇ ਆਇਆ ਸੀ। ਇਸ ਨੂੰ ਪੜ੍ਹਾਉਣ ਲਿਖਾਉਣ ਵਿੱਚ, ਖਾਣ ਪਹਿਨਣ ਵਿੱਚ, ਸ਼ੌਂਕ ਪੂਰੇ ਕਰਨ ਵਿੱਚ, ਇਸ ਦੇ ਵਿਆਹ ਤੇ ਸਭ ਲੱਗ ਗਿਆ ਜਿੰਨਾ ਪੈਸਾ ਲੱਗਣਾ ਚਾਹੀਦਾ ਸੀ, ਅਤੇ ਵਿਆਜ ਦਰ ਵਿਆਜ ਲਾ ਕੇ ਡਾਕਟਰ ਨੂੰ ਵੀ ਪੈਸੇ ਦਵਾ ਦਿੱਤੇ। ਹੁਣ ਜਦੋਂ ਅਖੀਰ ਵਿੱਚ 5 ਰੁਪਏ ਬਚ ਗਏ ਸੀ, ਉਹ ਵੀ ਵੈਦ ਨੂੰ ਦਵਾ ਦਿੱਤੇ ਅਤੇ ਪੁੜੀ ਖਾ ਕੇ ਚਲਾ ਗਿਆ। ਹੁਣ ਕਰਮਾਂ ਦਾ ਲੈਣ ਦੇਣ ਪੂਰਾ ਹੋਇਆ। ਵਪਾਰੀ ਨੇ ਕਿਹਾ, ਚਲੋ, ਸਾਡੇ ਨਾਲ ਤਾਂ ਕਰਮਾਂ ਦਾ ਲੈਣ ਦੇਣ ਸੀ ਤੇ ਜੋ ਹੋਇਆ ਸੋ ਹੋਇਆ, ਪਰ ਜਿਹੜੀ ਇਹ ਜਵਾਨ ਬਹੂ ਘਰ ਵਿੱਚ ਰੋ ਰਹੀ ਹੈ, ਜਵਾਨੀ ਵਿੱਚ ਇਸ ਨੂੰ ਧੋਖਾ ਦੇ ਕੇ ਵਿਧਵਾ ਬਣਾ ਕੇ ਚਲਾ ਗਿਆ। ਇਸ ਨੇ ਕਿਹੜਾ ਜ਼ੁਲਮ ਕੀਤਾ ਸੀ ਕਿ ਉਸਨੇ ਇਸ ਨਾਲ ਇਦਾਂ ਕੀਤਾ? ਮਹਾਤਮਾ ਨੇ ਕਿਹਾ, ਇਹ ਉਹੀ ਘੋੜੀ ਹੈ ਜਿਸ ਨੇ ਜਵਾਨੀ ਵਿੱਚ ਉਸ ਨੂੰ ਧੋਖਾ ਦਿੱਤਾ ਸੀ, ਇਸ ਲਈ ਉਸਨੇ ਵੀ ਜਵਾਨੀ ਵਿੱਚ ਇਸ ਨੂੰ ਧੋਖਾ ਦੇ ਦਿੱਤਾ। ਸੋ ਦੋਸਤੋ, ਸਾਡੇ ਕੀਤੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ, ਇਸ ਲਈ ਸੋਚ ਸਮਝ ਕੇ ਕਰਮ ਕਰੋ, ਕਿਸੇ ਦਾ ਬੁਰਾ ਨਾ ਕਰੋ, ਨਹੀਂ ਫਿਰ ਕੱਲ੍ਹ ਨੂੰ ਇਹ ਸਭ ਤੁਹਾਡੇ ਅੱਗੇ ਹੀ ਆਉਣਾ ਹੈ। ਧੰਨਵਾਦ।